TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਤੇ ਆਓ ਦੋਸਤੋ, ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਤੇ ਨਜ਼ਰ ਮਾਰੀਏ। BC ਵਿੱਚ ਕੱਚੇ ਲੋਕਾਂ ਨੂੰ ਕਰੋਨਾ ਦਾ ਟੀਕਾ ਲਵਾਉਣ ਸੰਬੰਧੀ ਫਿਕਰ। ਨੋਜ਼ ਓਨਲੀ ਮਾਸਕ, ਖਾਣ ਪੀਣ ਵੇਲੇ ਮਾਸਕ ਲਾਉਣ ਦੇ ਝੰਜਟ ਤੋਂ ਦਿਵਾਏਗਾ ਛੁਟਕਾਰਾ। ਜੇ ਸੱਤਾ ਵਿੱਚ ਆਏ ਤਾਂ CAA ਲਾਗੂ ਨਹੀਂ ਹੋਣ ਦਿਆਂਗੇ, ਡਾਕਟਰ ਮਨਮੋਹਨ ਸਿੰਘ ਦਾ ਕਹਿਣਾ। ਭਾਰਤੀ ਮੀਡੀਆ ਦੀ ਅੱਜ ਦੀ ਤਸਵੀਰ ਤੁਹਾਡੇ ਸਾਹਮਣੇ ਕਰਾਂਗਾ ਪੇਸ਼। ਨਿਠਾਰੀ ਕਾਂਡ ਦੇ 13ਵੇਂ ਮਾਮਲੇ ਵਿੱਚੋਂ CBI ਦੀ ਵਿਸ਼ੇਸ਼ ਅਦਾਲਤ ਨੇ ਕੋਹਲੀ ਨੂੰ ਕੀਤਾ ਬਰੀ। ਸਮੁੱਚੇ ਭਾਰਤ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਅਤੇ 2 ਹੋਰ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਇਆ ਜਾਏਗਾ, ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਗੱਲਬਾਤ ਕੀਤੀ ਜਾਏਗੀ। ਪਰ ਉਸ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਖਬਰਾਂ ਵੱਲੋਂ ਹੋਈਏ, ਖਬਰਾਂ ਦੇ ਵਿਸਥਾਰ ਵੱਲੋਂ ਹੋਈਏ, ਖਬਰਾਂ ਦੀ ਸਾਰ ਲਈਏ ਤੇ ਉਹਨਾਂ ਤੇ ਟਿੱਪਣੀਆਂ ਵੀ ਕਰੀਏ। COVID-19 ਦੀ ਕਈ ਮੁਲਕਾਂ ਵਿੱਚ ਦੂਸਰੀ ਤੇ ਕਈਆਂ ਦੇ ਵਿੱਚ ਤੀਸਰੀ ਲਹਿਰ ਆ ਗਈ ਹੈ। ਕੈਨੇਡਾ ਵੀ ਨਹੀਂ ਬਚਿਆ। ਪੰਜਾਬ ਦੇ ਵਿੱਚੋਂ ਵੀ ਅੱਜ ਕਈ ਮੌਤਾਂ ਤੇ ਬਹੁਤ ਸਾਰੇ ਕੇਸ ਦੁਬਾਰਾ ਆਉਣ ਦੀਆਂ ਖਬਰਾਂ ਨੇ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵਕਤ ਟੀਕਾ ਤਾਂ ਲਵਾਉਣਾ ਚਾਹੁੰਦੇ ਆ, ਪਰ BC ਦੇ ਵਿੱਚ ਬਹੁਤ ਸਾਰੇ ਲੋਕ, ਸਾਡੇ ਇਸ ਸੂਬੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕੱਚੇ ਨੇ, ਜਿਨ੍ਹਾਂ ਕੋਲ ਕੋਈ ਡਾਕੂਮੈਂਟ, ਕੋਈ ਦਸਤਾਵੇਜ਼ ਹੈ ਨਹੀਂ। ਪਰ ਉਹਨਾਂ ਨੂੰ ਹੁਣ ਫਿਕਰ ਵੱਡ ਖਾ ਰਹੀ ਹੈ ਕਿ ਜੇਕਰ ਉਹਨਾਂ ਨੇ ਟੀਕਾ ਲਵਾਉਣਾ ਹੋਇਆ, ਵੈਕਸੀਨ ਲੈਣੀ ਹੋਈ, ਤਾਂ ਫਿਰ ਉਹਨਾਂ ਨੂੰ ਮੁਸ਼ਕਲ ਆਏਗੀ। ਉਹ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਰਿਪੋਰਟ ਕਰ ਦਿੱਤੀ ਕਿ ਉਹਨਾਂ ਕੋਲ ਕੋਈ ਸਹੀ ਆਇਡੈਂਟੀਫਿਕੇਸ਼ਨ ਨਹੀਂ, ਤਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। BC ਦੇ ਸਿਹਤ ਮੰਤਰਾਲੇ ਨੇ ਫਿਰ ਇਸ ਮਸਲੇ ਤੇ ਕਿਹਾ ਹੈ ਕਿ ਗੈਰ ਦਸਤਾਵੇਜ਼ੀ ਅਤੇ ਮਾਈਗ੍ਰੈਂਟ ਵਰਕਰ ਆਪਣੇ ਮੈਡੀਕਲ ਕਾਰਡ ਵਿਖਾਏ ਬਗੈਰ ਵੈਕਸੀਨ ਦੀ ਖੁਰਾਕ ਹਾਸਲ ਕਰ ਸਕਣਗੇ। ਪਰ ਇਹ ਜਾਣਕਾਰੀ ਉਹਨਾਂ ਨਹੀਂ ਦਿੱਤੀ ਕਿ ਗੈਰ ਸਰਕਾਰੀ ID ਦੀ ਵਰਤੋਂ ਕੀਤੀ ਜਾ ਸਕੇਗੀ ਜਾਂ ਨਹੀਂ। ਪਰ ਮੰਤਰਾਲੇ ਦਾ ਕਹਿਣਾ ਹੈ ਕਿ ਇਮੂਨਾਈਜੇਸ਼ਨ ਲਈ ਵਰਤੀ ਜਾਣ ਵਾਲੀ ਜਾਣਕਾਰੀ ਨੂੰ ਹੋਰ ਕਿਸੇ ਵੀ ਸੰਗਠਨ ਦੇ ਨਾਲ ਸਾਡੇ ਵੱਲੋਂ ਸਾਂਝਾ ਨਹੀਂ ਕੀਤਾ ਜਾਏਗਾ ਕਿ ਉਹਨਾਂ ਨੇ ਕਿਹੜੀ ID ਦਿਖਾਈ ਸੀ। ਦਸਤਾਵੇਜ਼ਾਂ ਦੀ ਵਧੇਰੇ ਜਾਣਕਾਰੀ ਉਸ ਵੇਲੇ ਦਰਅਸਲ ਮੰਗੀ ਜਾਣੀ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 6 ਅਪ੍ਰੈਲ ਤੋਂ ਆਨਲਾਈਨ ਬੁਕਿੰਗ ਦੀ ਸ਼ੁਰੂਆਤ ਕੀਤੀ ਜਾਣੀ ਹੈ। ਵੈਨਕੂਵਰ ਦੇ ਵਿੱਚ ਇੱਕ ਹੈਲਥ ਦੇ ਬੁਲਾਰੇ ਨੇ, ਬਾਇਰਨ ਕਰੂਜ਼, ਉਹਨਾਂ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਵੈਕਸੀਨ ਹਾਸਲ ਕਰਨ ਦੀ ਕਾਹਲੀ ਹੈ, ਪਰ ਉਹਨਾਂ ਨੂੰ ਇਹ ਭਰੋਸਾ ਵੀ ਚਾਹੀਦਾ ਹੈ ਕਿ ਅਜਿਹਾ ਕਰਨ ਤੇ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਤੇ ਕੋਈ ਉਹਨਾਂ ਨੂੰ ਡਿਪੋਰਟ ਕਰਨ ਜਾਂ ਕੋਈ ਫਰਕ ਨਹੀਂ ਪਵੇਗਾ। ਪਰ ਫਿਕਰ ਹਰ ਇੱਕ ਬੰਦੇ ਨੂੰ ਹੈ ਕਿ ਜੇਕਰ ਉਹਨਾਂ ਨੇ ID ਦੇਣੀ ਹੈ ਤਾਂ ਉਹ ID ਦੇਣਗੇ ਕਿਹੜੀ, ਕਿਉਂਕਿ ਉਹਨਾਂ ਕੋਲ ਕੋਈ ਪੇਪਰ ਨਹੀਂ, ਕੋਈ ਦਸਤਾਵੇਜ਼ ਨਹੀਂ ਨੇ। ਪਰ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਜਿਹੋ ਜਿਹੀ ਵੀ ਉਹਨਾਂ ਕੋਲ ID ਹੈ, ਉਸੇ ਦੀ ID ਦੇ ਉੱਤੇ ਅਸੀਂ ਉਹਨਾਂ ਨੂੰ ਟੀਕੇ ਲਾ ਦਿਆਂਗੇ ਅਤੇ ਜਿਹੜੀ ਜਾਣਕਾਰੀ ਸਾਨੂੰ ਮੁਹੱਈਆ ਕਰਵਾਈ ਜਾਏਗੀ, ਅਸੀਂ ਉਹ ਜਾਣਕਾਰੀ ਕਿਸੇ ਹੋਰ ਅਧਿਕਾਰੀ ਨਾਲ, ਕਿਸੇ ਹੋਰ ਮੰਤਰਾਲੇ ਨਾਲ ਸਾਂਝੀ ਵੀ ਨਹੀਂ ਕਰਾਂਗੇ। ਹੁਣ ਪਹਿਲਾਂ ਪਹਿਲ ਜਦੋਂ COVID-19 ਦਾ ਪ੍ਰਭਾਵ ਵਧਣ ਲੱਗਿਆ, ਇਸ ਗੱਲ ਨੂੰ ਡਿਬੇਟ ਚੱਲੀ ਲੈ ਕੇ ਕਿ ਕੀ ਮਾਸਕ ਪਾਏ ਜਾਣ, ਕਿ ਕੀ ਮਾਸਕ ਪਹਿਨੇ ਜਾਣ ਜਾਂ ਨਾ। ਪਹਿਲਾਂ ਪਹਿਲ ਕਿਹਾ ਜਾਂਦਾ ਸੀ ਕਿ ਮਾਸਕ ਸਿਰਫ ਤੇ ਸਿਰਫ ਜਿਹੜੇ ਡਾਕਟਰ ਨੇ, ਨਰਸਿਸ ਨੇ, ਭਾਵ ਹੈਲਥ ਕੇਅਰ ਵਰਕਰ ਨੇ, ਉਹਨਾਂ ਵਾਸਤੇ ਜ਼ਰੂਰੀ ਹੈ। ਫਿਰ ਇਹ ਆਖਿਆ ਜਾਣ ਲੱਗ ਪਿਆ ਕਿ ਆਮ ਲੋਕ ਵੀ ਮਾਸਕ ਪਾ ਲੈਣ, ਪਰ ਜ਼ਰੂਰੀ ਨਹੀਂ ਕਿ N95 ਜਾਂ ਉਹ ਮੈਡੀਕਲ ਮਾਸਕ ਦੀ ਵਰਤੋਂ ਕਰਨ। ਕੱਪੜੇ ਦਾ ਬਣਿਆ ਮਾਸਕ, ਪਰ ਉਹ ਪਹਿਨਣਾ ਰੋਜ਼ਾਨਾ ਅਤੇ ਉਹਨੂੰ ਰੋਜ਼ਾਨਾ ਧੋਣਾ ਲਾਜ਼ਮੀ ਹੈ, ਨਹੀਂ ਤਾਂ ਉਹ ਮਾਸਕ ਪਹਿਨਣ ਨਾਲੋਂ ਕਿਤੇ ਵੱਧ ਖਤਰਨਾਕ ਹੈ। ਸੋ ਹੁਣ ਵੀ ਬਹੁਤ ਸਾਰੇ ਲੋਕ ਮਾਸਕ ਪਾਉਂਦੇ ਆ। ਇੱਕ ਵਾਰੀ ਮਾਸਕ ਉਹਨਾਂ ਨੇ ਘਰ ਦੇ ਕੱਪੜੇ ਦਾ ਬਣਾ ਲਿਆ ਜਾਂ ਬਣਿਆ ਬਣਾਇਆ ਖਰੀਦ ਲਿਆ, ਪਰ ਉਹਨੂੰ ਮਹੀਨਾ ਧੋਂਦੇ ਨਹੀਂ। ਜੇਕਰ ਤੁਸੀਂ ਵੀ ਇੰਜ ਕਰਦੇ ਹੋ ਤਾਂ ਕਿਰਪਾ ਕਰਕੇ ਰੋਜ਼ਾਨਾ ਮਾਸਕ ਨੂੰ ਧੋਇਆ ਕਰੋ ਅਤੇ ਦੂਸਰੇ ਦਿਨ ਫਿਰ ਲਾਇਆ ਕਰੋ। ਤੇ ਜੇਕਰ ਤੁਸੀਂ ਡਿਸਪੋਜ਼ਲ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਉਹਨੂੰ ਇੱਕ ਦਿਨ ਮਾਸਕ ਵਰਤਣ ਤੋਂ ਬਾਅਦ ਅਗਲੇ ਦਿਨ ਮਾਸਕ ਨਵਾਂ ਤੁਹਾਡੇ ਲਈ ਵਰਤਿਆ ਜਾਣਾ ਚਾਹੀਦਾ। ਪਰ ਹੁਣ ਇਹ ਮਾਸਕ ਕੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਜਾਂ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ? ਇਸ ਗੱਲ ਨੂੰ ਲੈ ਕੇ ਵੀ ਡਿਬੇਟ ਚੱਲ ਰਹੀ ਹੈ। ਘਰ ਤੋਂ ਅਸੀਂ ਬਾਹਰ ਨਿਕਲਣਾ, ਅਸੀਂ ਕੰਮ ਤੇ ਜਾਣਾ ਹੈ, ਮਾਸਕ ਬਗੈਰ ਘਰੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ। ਪਰ ਫਿਰ ਵੀ ਬਹੁਤ ਸਾਰੇ ਵੀਡੀਓ ਵੇਖੇ ਜਾਂਦੇ ਆ, ਉਹ ਲੋਕ ਹਾਲੇ ਵੀ ਟਿੱਚਰਾਂ ਕਰਦੇ ਆ। ਕਈ ਇਨਸਾਨਾਂ ਨੂੰ ਮਾਸਕ ਪਹਿਨਣ ਦੀਆਂ ਦਿੱਕਤਾਂ ਵੀ ਆ ਰਹੀਆਂ ਨੇ। ਕਈ ਵਾਰੀ ਖਾਣਾ ਖਾਣ ਵੇਲੇ ਜੇ ਅਸੀਂ ਮਾਸਕ ਨਹੀਂ ਲਾਵਾਂਗੇ ਤੇ ਫਿਰ ਖਾਣਾ ਕਿਵੇਂ ਖਾਵਾਂਗੇ? ਮਾਸਕ ਲਾਉਣਾ ਹੀ ਪੈਣਾ ਜੇ ਕੁਝ ਖਾਣਾ ਤੇ ਜਾਂ ਕੁਝ ਪੀਣਾ।
ਬਹੁਤ ਸਾਰੇ ਹੁਣ ਇਸ ਤਰ੍ਹਾਂ ਦੇ ਮਾਸਕ ਆ ਰਹੇ ਨੇ ਜਿਹੜੇ ਇਸ ਝੰਜਟ ਤੋਂ ਛੁਟਕਾਰਾ ਦਿਵਾਉਣਗੇ। ਪਰ ਲੋਕ ਕਈ ਇਹ ਵੀ ਕੰਪਲੇਂਟ ਕਰਦੇ ਆ ਕਿ ਅਸੀਂ ਮਾਸਕ ਲਾ ਕੇ ਰੱਖਦੇ ਹਾਂ, ਸਾਡੇ ਕੰਨ ਦਰਦ ਕਰਦੇ ਆ, ਸਾਡਾ ਨੱਕ ਦਰਦ ਕਰਦਾ, ਜਾਂ ਜਦੋਂ ਅਸੀਂ ਮਾਸਕ ਲਾਉਂਦੇ ਆ ਜਿਹੜੀਆਂ ਅਸੀਂ ਗਲਾਸਿਸ ਐਨਕਾਂ ਲਾਈਆਂ ਨੇ ਉਹਨਾਂ ਦੇ ਅੱਗੇ ਧੁੰਦ ਬਣਦੀ ਹੈ, ਫੌਗ ਬਣਦੀ ਹੈ, ਤੇ ਕਈਆਂ ਨੂੰ ਇਹ ਬੋਝ ਵੀ ਲੱਗਦਾ ਹੈ, ਕਈਆਂ ਨੂੰ ਇਹ ਪਰੇਸ਼ਾਨ ਵੀ ਕਰਦਾ ਹੈ, ਪਰ ਜ਼ਰੂਰਤ ਵੀ ਹੈ। ਪਰ ਹੁਣ ਮੈਕਸੀਕੋ ਦੇ ਖੋਜੀਆਂ ਨੇ ਇੱਕ ਮਾਸਕ ਬਣਾਇਆ, ਨੋਜ਼ ਓਨਲੀ ਮਾਸਕ, ਜਿਹੜਾ ਸਿਰਫ ਨੱਕ ਤੇ ਪੈਂਦਾ ਹੈ। ਹੁਣ ਸਿਰਫ ਉਹ ਨੱਕ ਨੂੰ ਕਵਰ ਕਰਦਾ ਹੈ। ਇਸ ਨੋਜ਼ ਓਨਲੀ ਮਾਸਕ ਦੇ ਫਾਇਦੇ ਵੀ ਹੈ। ਤੁਸੀਂ ਕੁਝ ਵੀ ਖਾਣਾ ਹੈ, ਤੁਸੀਂ ਕੁਝ ਵੀ ਪੀਣਾ ਹੈ, ਉਹ ਮਾਸਕ ਤੁਹਾਨੂੰ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ, ਬਲਕਿ ਤੁਸੀਂ ਇਸ ਨੂੰ ਪਾ ਕੇ ਆਰਾਮ ਨਾਲ ਕੁਝ ਵੀ ਖਾ ਵੀ ਸਕਦੇ ਹੋ, ਕੁਝ ਪੀ ਵੀ ਸਕਦੇ ਹੋ। ਮੈਕਸੀਕੋ ਦੇ ਖੋਜੀਆਂ ਦਾ ਦਾਅਵਾ ਇਹ ਹੈ ਕਿ ਮਾਸਕ ਹੁਣ ਇਨਸਾਨਾਂ ਨੂੰ ਖਾਣ ਪੀਣ ਵੇਲੇ ਵੀ ਲੋਕਾਂ ਨੂੰ ਕਰੋਨਾ ਤੋਂ ਬਚਾਏਗਾ। ਭਾਵ ਇਸ ਕਾਰਨ ਹੁਣ ਤੁਸੀਂ 24 ਘੰਟੇ ਵੀ ਜੇਕਰ ਇਹਨੂੰ ਪਹਿਨ ਕੇ ਰੱਖਣਾ ਚਾਹੋ ਤਾਂ ਪਹਿਨਿਆ ਜਾ ਸਕੇਗਾ। ਇਸ ਲਈ ਇਸ ਮਾਸਕ ਨੂੰ ਈਟ ਮਾਸਕ ਵੀ ਆਖਿਆ ਜਾ ਰਿਹਾ ਹੈ, ਈਟਿੰਗ ਮਾਸਕ ਵੀ ਕਿਹਾ ਜਾਂਦਾ ਹੈ ਤੇ ਨੋਜ਼ ਓਨਲੀ ਮਾਸਕ ਵੀ ਆਖਿਆ ਜਾ ਰਿਹਾ ਹੈ। ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਸ ਮਾਸਕ ਨੂੰ ਬੈਸਟ ਤੋਂ ਬੈਸਟ ਦੱਸਿਆ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਖਾਣਾ ਖਾਂਦੇ ਵੇਲੇ ਸਾਡੀ ਸੁੰਘਣ ਦੀ ਸ਼ਕਤੀ ਤੇਜ਼ ਹੋਈ ਹੁੰਦੀ ਹੈ, ਜਿਸ ਨਾਲ ਕਰੋਨਾ ਦਾ ਖਤਰਾ ਅਸੀਂ ਜੇਕਰ ਇਸ ਨੂੰ ਲਾ ਕੇ ਰੱਖਾਂਗੇ ਨੱਕ ਦੇ ਉੱਤੇ ਤਾਂ ਘਟੇਗਾ। ਮਾਸਕ ਇਨਸਾਨ ਨੂੰ ਕਹਿੰਦੇ ਉਂਝ ਵੀ ਖਤਰੇ ਤੋਂ ਬਚਾਉਂਦਾ ਹੈ, ਪਰ ਦੱਸਣਾ ਬਣਦਾ ਹੈ ਹੁਣ ਕਰੋਨਾ ਦੇ ਕਾਰਨ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ। ਕਈ ਮੁਲਕਾਂ ਦੇ ਵਿੱਚ ਇਸ ਦੀ ਦੂਸਰੀ ਤੇ ਤੀਸਰੀ ਲਹਿਰ ਵੀ ਚੱਲ ਰਹੀ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਆ ਨੋਜ਼ ਓਨਲੀ ਮਾਸਕ ਤੁਹਾਨੂੰ ਆਲੇ ਦੁਆਲੇ ਬਾਜ਼ਾਰ ਦੇ ਵਿੱਚ ਨਜ਼ਰ ਆਉਣ। ਅਗਲੀ ਖਬਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਤੇ ਬੰਗਲਾਦੇਸ਼ ਗਏ ਹੋਏ ਨੇ। ਭਾਰਤ ਬੰਦ ਵਾਲੀਆਂ ਖਬਰਾਂ ਬਹੁਤ ਸਾਰੇ ਮੀਡੀਆ ਨੇ ਦਿਖਾਈਆਂ ਨਹੀਂ, ਪਰ ਉਹਨਾਂ ਨੂੰ ਮੋਦੀ ਸਾਹਿਬ ਉੱਥੇ ਕੀ ਕਰਦੇ ਫਿਰ ਰਹੇ ਨੇ ਉਹ ਖਬਰਾਂ ਪ੍ਰਾਇਓਰਟੀ ਦੇ ਆਧਾਰ ਤੇ ਦਿਖਾਈਆਂ ਨੇ। ਅੱਗੇ ਚੱਲ ਕੇ ਅੱਜ ਦੇ ਭਾਰਤ ਦੇ ਮੀਡੀਆ ਦੀ ਇੱਕ ਵਿਸ਼ੇਸ਼ ਰਿਪੋਰਟ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅਸਲ ਦੇ ਵਿੱਚ 2 ਦਿਨਾਂ ਦੌਰੇ ਤੇ ਗਏ ਨੇ ਉਹ ਜਹਾਜ਼ ਜਿਹੜੇ ਅਮਰੀਕੀ ਰਾਸ਼ਟਰਪਤੀ 에ਅਰ ਫੋਰਸ 1 ਵਰਗੇ 2 ਬਣਾਏ ਨੇ, 8400 ਕਰੋੜ ਰੁਪਈਆ, ਉਹ ਵਿਚਾਰੇ 1 ਅਕਤੂਬਰ ਦੇ ਗਏ ਹੋਏ ਸੀ, ਉਦੋਂ ਦੇ ਖੜੇ ਹੀ ਸੀ। ਹੁਣ ਮੌਕਾ ਮਿਲਿਆ ਹੈ, ਪ੍ਰਧਾਨ ਮੰਤਰੀ ਹੋਰਾਂ ਨੇ ਪਹਿਲੀ ਵਾਰ ਉਹਦੇ ਵਿੱਚ ਫਲਾਈਟ ਭਰੀ ਹੈ। ਉਹਨਾਂ ਦੀ ਇਹ ਆਖ ਸਕਦੇ ਆ ਕਿ ਕਰੋਨਾ ਕਾਲ ਦੇ ਵਿੱਚ ਇਹ ਪਹਿਲੀ ਵਿਦੇਸ਼ ਯਾਤਰਾ। ਅੱਗੇ ਮੋਦੀ ਜੀ ਵਿਦੇਸ਼ ਯਾਤਰਾਵਾਂ ਦੇ ਵਾਸਤੇ ਮਸ਼ਹੂਰ ਨੇ। ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਏ ਨੇ। ਜਸ਼ਨਾਂ ਦੇ ਮੌਕੇ ਤੇ ਬਤੌਰ ਮੁੱਖ ਮਹਿਮਾਨ ਬੰਗਲਾਦੇਸ਼ ਦੇ ਵਿੱਚ ਪਹੁੰਚੇ ਨੇ। 2 ਦਿਨਾਂ ਦਾ ਦੌਰਾ ਸੀ। ਪੀਐਮ ਮੋਦੀ ਕਈ ਪ੍ਰੋਗਰਾਮਾਂ ਦੇ ਵਿੱਚ ਉਸੇ ਹਿੱਸਾ ਲੈ ਰਹੇ ਨੇ। ਇਸੇ ਦੌਰਾਨ ਢਾਕਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਮੇਰੇ ਜੀਵਨ ਦੇ ਪਹਿਲੇ ਅੰਦੋਲਨਾਂ ਦੇ ਵਿੱਚੋਂ ਇੱਕ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਵੀ ਆਜ਼ਾਦੀ ਘੁਲਾਟੀਏ ਨੇ, ਪਰ ਅੱਜ ਉਹਨਾਂ ਨੇ ਦੱਸਿਆ ਕਿ ਮੈਂ ਵੀ ਆਜ਼ਾਦੀ ਘੁਲਾਟੀ ਹਾਂ। ਉਸ ਸਮੇਂ ਉਹ ਕਹਿੰਦੇ ਮੇਰੀ ਉਮਰ 20-22 ਵਰ੍ਹਿਆਂ ਦੀ ਸੀ ਜਦੋਂ ਮੈਂ ਤੇ ਮੇਰੇ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਦੇ ਲਈ ਸੱਤਿਆਗ੍ਰਹਿ ਕੀਤਾ ਸੀ। ਪੀਐਮ ਮੋਦੀ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਰਨ ਤੋਂ ਬਾਅਦ ਗਾਂਧੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ। ਉਹਨਾਂ ਨੇ ਬੰਗ ਬੰਧੂ ਮੁਜੀਬੁਰ ਰਹਿਮਾਨ ਦੀਆਂ ਬੇਟੀਆਂ ਨੂੰ ਇਹ ਪੁਰਸਕਾਰ ਸੌਂਪ ਕੇ ਉਹਨਾਂ ਨੂੰ ਉਚੇਚੇ ਤੌਰ ਤੇ ਯਾਦ ਵੀ ਕੀਤਾ। ਪੁਰਸਕਾਰ ਲੈਣ ਵਾਲਿਆਂ ਦੇ ਵਿੱਚ ਪੀਐਮ ਸ਼ੇਖ ਹਸੀਨਾ ਅਤੇ ਮੁਜੀਬੁਰ ਰਹਿਮਾਨ ਦੀ ਛੋਟੀ ਬੇਟੀ ਸ਼ੇਖ ਰਿਹਾਨਾ ਸ਼ਾਮਲ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਨੇ। ਮੈਨੂੰ ਇਹ ਸਨਮਾਨ ਦਿੰਦਿਆਂ ਕਹਿੰਦੇ ਬੜੀ ਖੁਸ਼ੀ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਅਬਦੁਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਇਸ ਗੌਰਵਮਈ ਪਲਾਂ ਦੇ ਵਿੱਚ ਉਹਨਾਂ ਨੂੰ ਭਾਗੀਦਾਰ ਬਣਾ ਕੇ, ਉਹਨਾਂ ਨੂੰ ਹਿੱਸੇਦਾਰ ਬਣਾ ਕੇ ਸੱਦਾ ਪੱਤਰ ਦਿੱਤਾ ਤੇ ਮੈਨੂੰ ਇੱਥੇ ਸ਼ਾਮਲ ਹੋਣ ਵਾਸਤੇ ਇੱਕ ਉਚੇਚਾ ਮੌਕਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਮੈਂ ਸਾਰੇ ਭਾਰਤ ਦੇ ਲੋਕਾਂ ਵੱਲੋਂ ਵੀ ਬੰਗ ਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਪੇਸ਼ ਕਰਦਾ ਹਾਂ ਜਿਨ੍ਹਾਂ ਨੇ ਬੰਗਲਾਦੇਸ਼ ਅਤੇ ਉੱਥੋਂ ਦੇ ਲੋਕਾਂ ਲਈ ਆਪਣਾ ਜੀਵਨ ਵਾਰ ਦਿੱਤਾ। ਜਿੱਥੇ ਇਹ ਗੱਲਾਂ ਹੋਈਆਂ ਉੱਥੇ ਉਹਨਾਂ ਦਾ ਵਿਰੋਧ ਵੀ ਹੋਇਆ, ਪਰ ਦੂਸਰੇ ਪਾਸੇ ਪਹਿਲੀ ਵਾਰੀ ਪਤਾ ਲੱਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਆਜ਼ਾਦੀ ਘੁਲਾਟੀਏ ਵੀ ਨੇ। ਸਗੋਂ ਭਾਰਤ ਦੇ ਨਹੀਂ, ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਏ ਬਣੇ। ਉਹਨਾਂ ਨੇ ਉਸ ਵਕਤ ਕਹਿੰਦੇ ਮੈਂ ਜੇਲ੍ਹ ਯਾਤਰਾ ਵੀ ਕੀਤੀ। ਕਹਿੰਦੇ ਜੀਵਨ ਦੇ ਵਿੱਚ ਪਹਿਲੀ ਵਾਰੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਮੈਂ ਜੇਲ੍ਹ ਯਾਤਰਾ ਕੀਤੀ ਸੀ। ਸ਼ਾਇਦ ਤੁਹਾਡੇ ਵਾਸਤੇ ਵੀ, ਤੁਹਾਡੀ ਜਾਣਕਾਰੀ ਵਿੱਚ ਵੀ ਇਹ ਨਵਾਂ ਵਾਧਾ ਹੋਇਆ ਹੋਵੇ। ਹੁਣ ਅਗਲੀ ਖਬਰ ਜਿਹੜੀ ਅੱਜ ਤੱਕ ਬਹੁਤ ਸਾਰੀਆਂ ਘਟਨਾਵਾਂ ਜਾਂ ਖਬਰਾਂ ਤੁਸੀਂ ਇਸ ਤਰ੍ਹਾਂ ਦੀਆਂ ਸੁਣੀਆਂ ਹੋਣੀਆਂ ਨੇ, ਜਦੋਂ ਪ੍ਰੇਮੀ ਤੇ ਪ੍ਰੇਮਿਕਾ ਦੇ ਵਿਚਕਾਰ ਤਰੇੜਾਂ ਪਈਆਂ,
ਪ੍ਰੇਮਿਕਾ ਦਾ ਕਿਤੇ ਹੋਰ ਵਿਆਹ ਜਾਂ ਉਹ ਕਿਸੇ ਨੂੰ ਹੋਰ ਪਸੰਦ ਕਰਨ ਲੱਗੀ ਤੇ ਪ੍ਰੇਮੀ ਫਿਰ ਉੱਠਿਆ, ਮੋਟਰਸਾਈਕਲ ਤੇ ਗਿਆ, ਤੇਜ਼ਾਬ ਖਰੀਦਿਆ ਤੇ ਪ੍ਰੇਮਿਕਾ ਦੇ ਮੂੰਹ ਦੇ ਉੱਤੇ, ਸਰੀਰ ਦੇ ਉੱਤੇ ਤੇਜ਼ਾਬ ਪਾਇਆ ਤੇ ਸਾੜ ਦਿੱਤਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਪਹਿਲਾਂ ਆਉਂਦੀਆਂ ਰਹੀਆਂ ਨੇ, ਪਰ ਅੱਜ ਦੀ ਜਿਹੜੀ ਖਬਰ ਹੈ ਤੇਜ਼ਾਬੀ ਹਮਲੇ ਦੀ, ਪਰ ਹੈ ਉਲਟ। ਯੂਪੀ ਦੇ ਆਗਰਾ ਦੇ ਵਿੱਚੋਂ ਥਾਣਾ ਹਰੀ ਪਰਬਤ ਦੇ ਅਧੀਨ ਇੱਕ ਲੜਕੀ ਨੇ ਆਪਣੇ ਪ੍ਰੇਮੀ ਤੇ ਤੇਜ਼ਾਬ ਸੁੱਟਿਆ। ਜਾਣਕਾਰੀ ਜਿਹੜੀ ਪੁਲਿਸ ਨੇ ਦਿੱਤੀ ਹੈ ਕਿ ਹਮਲੇ ਦੇ ਵਿੱਚ ਉਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਹਸਪਤਾਲ ਵਿੱਚ ਭਰਤੀ ਕਰਵਾਇਆ, ਪਰ ਜ਼ਖਮਾਂ ਦੀ ਤਾਬ ਝੱਲ ਨਹੀਂ ਸਕਿਆ, ਇੰਨਾ ਸੜ ਗਿਆ ਤੇ ਉਹਦੀ ਮੌਤ ਹੋ ਗਈ। ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਅਤੇ ਦੋਸ਼ੀ ਲੜਕੀ ਦਾ ਨਾਮ ਸੋਨਮ ਇੱਕ ਦੂਸਰੇ ਦੇ ਲੰਬੇ ਸਮੇਂ ਤੋਂ ਸੰਪਰਕ ਵਿੱਚ ਸਨ। ਹੁਣ ਜਾਣਕਾਰੀ ਮਿਲੀ ਸੀ ਕਿ ਦਵਿੰਦਰ ਦਾ ਕਿਤੇ ਵਿਆਹ ਹੋਰ ਧਰ ਦਿੱਤਾ ਗਿਆ। ਵਿਆਹ ਤੈਅ ਹੋਣ ਤੋਂ ਬਾਅਦ ਸੋਨਮ ਉਹਦੇ ਨਾਲ ਨਾਰਾਜ਼ ਹੋ ਗਈ। ਸੋਨਮ ਨੇ ਫਿਰ ਇੱਕ ਤਰਕੀਬ ਸੁੱਝੀ ਉਹਨੂੰ। ਸੋਨਮ ਨੇ ਫਿਰ ਇਸ ਨੌਜਵਾਨ ਦਵਿੰਦਰ ਨੂੰ ਆਪਣੇ ਘਰੇ ਸੱਦਿਆ ਕਿ ਪੱਖਾ ਖਰਾਬ ਹੈ, ਸਰਦੀਆਂ ਲੰਘ ਗਈਆਂ, ਗਰਮੀਆਂ ਆ ਗਈਆਂ ਨੇ ਤੇ ਪੱਖਾ ਠੀਕ ਕਰ ਜਾ। ਜਦੋਂ ਉਹ ਪੱਖਾ ਠੀਕ ਕਰਨ ਵਾਸਤੇ ਸੋਨਮ ਦੇ ਘਰ ਪਹੁੰਚਿਆ ਤਾਂ ਸੋਨਮ ਨੇ ਪਹਿਲੀ ਆਪਣੀ ਸਕੀਮ ਦੇ ਅਨੁਸਾਰ ਉਹਦੇ ਤੇ ਤੇਜ਼ਾਬ ਪਾ ਦਿੱਤਾ। ਆਗਰਾ ਪੁਲਿਸ ਦੇ ਸੁਪਰਡੈਂਟ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਗਰਾ ਦੀ ਇੱਕ ਪੈਥੋਲੋਜੀ ਲੈਬ ਦੇ ਵਿੱਚ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਦਵਿੰਦਰ ਨੂੰ ਸੜੀ ਹਾਲਤ ਵਿੱਚ ਸਿਕੰਦਰਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਬਾਅਦ ਵਿੱਚ ਮੌਤ ਹੋ ਗਈ। ਮ੍ਰਿਤਕ ਮੂਲ ਰੂਪ ਨਾਲ ਕਾਸਗੰਜ ਦਾ ਰਹਿਣ ਵਾਲਾ ਸੀ। ਉਹਨਾਂ ਦੱਸਿਆ ਕਿ ਦੋਸ਼ੀ ਲੜਕੀ ਆਗਰਾ ਦੇ ਇੱਕ ਹਸਪਤਾਲ ਦੇ ਵਿੱਚ ਨਰਸ ਸੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਇਹ ਲੜਕੀ ਮੂਲ ਰੂਪ ਨਾਲ ਇਟਾਵਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਤੇਜ਼ਾਬ ਲੜਕੀ ਤੇ ਵੀ ਪੈ ਗਿਆ, ਸੜੀ ਥੋੜੀ ਬਹੁਤ ਲੜਕੀ ਵੀ ਆ, ਉਹਨੂੰ ਸੱਟ ਵੀ ਲੱਗੀ ਹੈ ਤੇ ਉਹਨੂੰ ਵੀ ਇਸ ਵਕਤ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਹੋਇਆ। ਪਰ ਇਹ ਆਪਣੇ ਆਪ ਦੇ ਵਿੱਚ ਇਹ ਵੱਖਰੀ ਜੀ ਗੱਲ ਹੈ ਕਿ ਅੱਗੇ ਲੜਕੇ ਲੜਕੀਆਂ ਤੇ ਤੇਜ਼ਾਬ ਪਾਉਂਦੇ ਰਹੇ ਆ, ਪਰ ਇਹ ਲੜਕੀ ਨੇ ਆਪਣੇ ਪ੍ਰੇਮੀ ਤੇ ਤੇਜ਼ਾਬ ਵੀ ਪਾਇਆ, ਉਹਦੀ ਮੌਤ ਵੀ ਹੋ ਗਈ ਹੈ। ਇੱਕ ਪੁਰਾਣਾ ਮਾਮਲਾ ਚੱਲ ਰਿਹਾ, ਸ਼ਾਇਦ ਤੁਹਾਨੂੰ ਨਿਠਾਰੀ ਕਾਂਡ ਦੇ ਨਾਲ ਉਹ ਯਾਦ ਹੋਵੇ। ਅੱਜ ਨਿਠਾਰੀ ਕਾਂਡ ਦੀ ਇੱਕ ਅਪਡੇਟ ਆਈ ਹੈ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚੋਂ। ਨੋਇਡਾ ਦਾ ਬਹੁਤ ਚਰਚਿਤ ਮਾਮਲਾ ਨਿਠਾਰੀ ਕਾਂਡ। ਨਿਠਾਰੀ ਕਾਂਡ ਦੇ 13ਵੇਂ ਮਾਮਲੇ ਦੇ ਵਿੱਚ ਅੱਜ CBI ਦੀ ਵਿਸ਼ੇਸ਼ ਅਦਾਲਤ ਨੇ ਸੁਰਿੰਦਰ ਕੋਹਲੀ ਨਾਂ ਦੇ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ। ਇਹ ਮਾਮਲਾ 10 ਵਰ੍ਹਿਆਂ ਦੀ ਬਾਲੜੀ ਦੇ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦਾ ਸੀ। CBI ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਇਸ ਮਾਮਲੇ 'ਚ ਮੌਕੇ ਤੋਂ ਨਾ ਤਾਂ ਬੱਚੀ ਦੀ ਲਾਸ਼ ਦੇ ਟੁਕੜੇ ਮਿਲੇ ਸੀ ਅਤੇ ਨਾ ਹੀ ਕੋਈ ਕੱਪੜੇ ਬਰਾਮਦ ਹੋਏ ਸੀ। CBI ਨੇ ਹਾਲਾਤ ਦੇ ਸਬੂਤਾਂ ਦੇ ਆਧਾਰ ਤੇ ਸੁਰਿੰਦਰ ਕੋਹਲੀ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਵਿਸ਼ੇਸ਼ ਜੱਜ ਅਮਿਤਵੀਰ ਸਿੰਘ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਸੁਰਿੰਦਰ ਕੋਹਲੀ ਨੂੰ ਅੱਜ ਬਰੀ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਹੁਣ ਇਹ ਮਾਮਲਾ ਕੀ ਸੀ, ਥੋੜਾ ਜਿਹਾ ਮੈਂ ਤੁਹਾਨੂੰ ਇਹਦੀ ਪਿੱਠਭੂਮੀ ਦੱਸ ਦਿਆਂ। ਅਸਲ ਦੇ ਵਿੱਚ CBI ਦੀ ਵਿਸ਼ੇਸ਼ ਸਰਕਾਰੀ ਵਕੀਲ JP ਸ਼ਰਮਾ ਨੇ ਕਿਹਾ ਕਿ 19 ਅਪ੍ਰੈਲ ਤੇ 2006 ਨੂੰ 10 ਵਰ੍ਹਿਆਂ ਦੀ ਇੱਕ ਬਾਲੜੀ ਲਾਪਤਾ ਹੋਈ। ਉਸ ਬਾਲੜੀ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। 29 ਦਸੰਬਰ ਤੇ 2006 ਨੂੰ ਨਿਠਾਰੀ ਵਿੱਚ ਮਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ਦੇ ਵਿੱਚੋਂ ਪੁਲਿਸ ਨੂੰ 19 ਬੱਚਿਆਂ ਅਤੇ ਔਰਤਾਂ ਦੇ ਪਿੰਜਰ ਮਿਲੇ। ਉਸ ਤੋਂ ਬਾਅਦ ਪੁਲਿਸ ਨੇ ਮਨਿੰਦਰ ਸਿੰਘ ਪੰਧੇਰ ਉਸ ਦੇ ਨੌਕਰ ਸੁਰਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਨਿਠਾਰੀ ਕਾਂਡ ਨਾਲ ਸੰਬੰਧਿਤ ਸਾਰੇ ਮਾਮਲੇ CBI ਨੂੰ ਟ੍ਰਾਂਸਫਰ ਕਰ ਦਿੱਤੇ ਗਏ ਸਨ ਅਤੇ 10 ਸਾਲਾ ਬੱਚੀ ਦੀ ਜ਼ਬਰ ਜਨਾਹ ਦੀ ਹੱਤਿਆ ਦੇ ਮਾਮਲੇ ਦੇ ਵਿੱਚ CBI ਨੇ ਸੁਰਿੰਦਰ ਕੋਹਲੀ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਸੀ, ਪਰ ਅੱਜ ਸਬੂਤਾਂ ਦੇ ਨਾ ਮਿਲਣ ਦੇ ਕਾਰਨ, ਸਬੂਤਾਂ ਦੀ ਘਾਟ ਹੋਣ ਦੇ ਕਾਰਨ ਸੁਰਿੰਦਰ ਕੋਹਲੀ ਨੂੰ CBI ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਗਲੀ ਜਿਹੜੀ ਖਬਰ ਹੈ, ਇਹ ਅਸਾਮ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਅੱਜ ਉੱਥੇ ਚੋਣਾਂ ਨੇ ਪਹਿਲਾ ਪੜਾਅ। ਤੁਹਾਨੂੰ ਪਤਾ ਹੈ ਕਿ ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਇਹ 5 ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਨੇ ਜਿੱਤ ਲਈਏ। CAA ਇਹਨੂੰ ਕਾ ਵੀ ਕਹਿ ਦਿੰਦੇ ਨੇ। ਅਸਾਮ ਦੇ ਵਿੱਚ ਲੋਕ ਬਹੁਤ ਇਸ ਕਾਨੂੰਨ ਦੇ ਸਤਾਏ ਹੋਏ ਨੇ, ਡਰੇ ਹੋਏ ਨੇ। ਅਸਾਮ ਦੇ ਵਿੱਚ ਅੱਜ ਪਹਿਲੇ ਗੇੜ ਦੀਆਂ ਚੋਣਾਂ ਨੇ। ਚੋਣਾਂ ਤੋਂ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਸਮਾਜ ਦੇ ਵਿੱਚ ਕਥਿਤ ਧਰਮ, ਸੱਭਿਆਚਾਰ ਤੇ ਭਾਸ਼ਾ ਦੇ ਆਧਾਰ ਤੇ ਲਗਾਤਾਰ ਵੰਡੀਆਂ ਪਾਈਆਂ ਜਾ ਰਹੀਆਂ ਨੇ, ਭਾਵ ਫਿਰਕੂ ਪੱਤਾ ਖੇਡਿਆ ਜਾ ਰਿਹਾ ਹੈ। ਡਾਕਟਰ ਮਨਮੋਹਨ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੀ ਸਰਕਾਰ ਦੀ ਚੋਣ ਕਰਨ
ਜੋ ਸੰਵਿਧਾਨ ਦੀ ਮਾਣ ਮਰਿਆਦਾ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਸਕਣ। ਉਹਨਾਂ ਲੋਕਾਂ ਨੂੰ ਇਹ ਯਕੀਨ ਵੀ ਦਿਵਾਇਆ ਕਿ ਜੇ ਕਾਂਗਰਸ ਸੱਤਾ ਵਿੱਚ ਆ ਗਈ ਤਾਂ ਨਾਗਰਿਕਤਾ ਸੋਧ ਬਿੱਲ ਜਾਂ ਸੋਧ ਐਕਟ, ਜਿਸ ਨੂੰ CAA ਕਿਹਾ ਜਾਂਦਾ ਹੈ, ਇਹ ਐਕਟ ਕਹਿੰਦੇ ਅਸੀਂ ਲਾਗੂ ਨਹੀਂ ਹੋਣ ਦਿਆਂਗੇ। ਅਸਾਮ ਦੇ ਵਿੱਚ 3 ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਨੇ। ਅੱਜ ਪਹਿਲੇ ਗੇੜ ਦੀ ਵੋਟਿੰਗ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇੱਕ ਵੀਡੀਓ ਸੁਨੇਹੇ ਵਿੱਚ ਅਸਾਮ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਨੋਟਬੰਦੀ ਦੇ ਗਲਤ ਫੈਸਲੇ ਤੇ GST ਨੂੰ ਗਲਤ ਤਰੀਕੇ ਨਾਲ ਲਾਗੂ ਕੀਤੇ ਜਾਣ ਕਾਰਨ ਅਰਥਚਾਰਾ ਕਮਜ਼ੋਰ ਕੀਤਾ ਗਿਆ ਇਸ ਸਰਕਾਰ ਦੇ ਵੱਲੋਂ। ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਖੁੱਸੀ ਇਸ ਸਰਕਾਰ ਦੇ ਕਾਰਨ। ਗਰੀਬ ਲੋਕ ਹੋਰ ਗਰੀਬ ਹੁੰਦੇ ਚਲੇ ਗਏ। COVID-19 ਨੇ ਹਾਲਾਤ ਵੱਧ ਤੋਂ ਬਦਤਰ ਕਰ ਦਿੱਤੇ। ਡਾਕਟਰ ਮਨਮੋਹਨ ਸਿੰਘ ਨੇ ਅਸਾਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਾਂਗ ਕੰਮ ਕੀਤਾ। ਉਹ ਕਹਿੰਦੇ ਸਿਹਤ ਕਾਰਨਾਂ ਕਾਰਨ, ਕੋਵਿਡ ਦੀਆਂ ਪਾਬੰਦੀਆਂ ਕਾਰਨ ਭਾਵੇਂ ਉਹ ਅਸਾਮ ਤਾਂ ਨਹੀਂ ਆ ਸਕੇ, ਪਰ ਮੈਂ ਆਹ ਵੀਡੀਓ ਸੰਦੇਸ਼ ਤੁਹਾਨੂੰ ਜਾਰੀ ਕਰਕੇ ਦੱਸ ਰਿਹਾ ਕਿ ਜੇਕਰ ਫਿਰਕੂ ਪੱਤੇ ਤੋਂ ਬਚਣਾ ਹੈ, ਵਰਗੇ ਐਕਟ ਨੂੰ ਲਾਗੂ ਨਹੀਂ ਹੋਣ ਦੇਣਾ, ਜੇਕਰ ਜਮਹੂਰੀ ਕਦਰਾਂ ਕੀਮਤਾਂ ਕਾਇਮ ਰੱਖਣੀਆਂ ਨੇ, ਜੇਕਰ ਲੋਕਤੰਤਰ ਦੀ ਬਹਾਲੀ ਚਾਹੁੰਦੇ ਹੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਇਓ। ਇਹ ਡਾਕਟਰ ਮਨਮੋਹਨ ਸਿੰਘ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਅਸਾਮ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਹੁਣ ਗੱਲ ਕਰੀਏ ਭਾਰਤ ਬੰਦ ਦੀ ਕਿ ਕਿਹੋ ਜਿਹਾ ਹੁੰਗਾਰਾ ਜਾਂ ਹੁਲਾਰਾ ਮਿਲਿਆ। ਅੱਜ ਸਵੇਰ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਉਚੇਚੇ ਤੌਰ ਤੇ ਤੁਹਾਡੇ ਨਾਲ ਵੀਡੀਓ ਜਾਰੀ ਕਰਕੇ ਉਹ ਤੁਹਾਡੇ ਨਾਲ ਸਾਂਝੀਆਂ ਕਰਕੇ ਦੱਸਿਆ ਸੀ ਕਿ ਕਿਹੋ ਜਿਹਾ ਹੁੰਗਾਰਾ ਮਿਲਿਆ। ਕੁਝ ਇੱਕ ਹੋਰ ਅਪਡੇਟਸ ਮਿਲ ਗਈਆਂ ਨੇ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ 4 ਮਹੀਨੇ ਪੂਰੇ ਹੋਣ ਦੇ ਕਾਰਨ 12 ਘੰਟਿਆਂ ਦੇ ਲਈ ਬੰਦ ਦਾ ਸੱਦਾ ਦਿੱਤਾ ਸੀ ਕਿ ਭਾਰਤ ਬੰਦ ਰਹੇ। ਜਾਣਕਾਰੀ ਮਿਲੀ ਹੈ ਕਿ ਸੱਦਾ ਅਮਨ ਅਮਾਨ ਦੇ ਨਾਲ ਨੇਪਰੇ ਚੜਿਆ। ਕਿਸਾਨਾਂ ਨੇ ਪੰਜਾਬ 'ਚ, ਹਰਿਆਣਾ 'ਚ, UP 'ਚ, ਰਾਜਸਥਾਨ 'ਚ, MP 'ਚ, ਗੁਜਰਾਤ 'ਚ, ਮਹਾਰਾਸ਼ਟਰ 'ਚ, ਕਰਨਾਟਕਾ 'ਚ, ਉੜੀਸਾ 'ਚ, ਝਾਰਖੰਡ ਸਮੇਤ ਲਗਭਗ ਸਾਰਿਆਂ ਰਾਜਾਂ ਦੇ ਵਿੱਚ ਕਿਸਾਨ ਮੋਰਚੇ ਦੇ ਸੱਦੇ ਨੂੰ ਅਮਲ ਵਿੱਚ ਲਿਆਂਦਾ। ਸੜਕੀ ਆਵਾਜਾਈ ਬੰਦ ਰਹੀ, ਰੇਲ ਦੀ ਆਵਾਜਾਈ ਵੀ ਰੋਕ ਕੇ ਰੱਖੀ। ਮਿਲੀਆਂ ਰਿਪੋਰਟਾਂ ਦੇ ਮੁਤਾਬਕ ਦੱਸਿਆ ਗਿਆ ਕਿ 44 ਥਾਵਾਂ ਦੇ ਉੱਪਰ ਕਿਸਾਨਾਂ ਨੇ ਰੇਲ ਗੱਡੀਆਂ ਦੀ ਆਵਾਜਾਈ ਰੋਕੀ, ਜਿਸ ਕਰਕੇ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। 4 ਸ਼ਤਾਬਦੀ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ, 35 ਮੁਸਾਫਰ ਗੱਡੀਆਂ ਪ੍ਰਭਾਵਿਤ ਹੋਈਆਂ, 40 ਮਾਲ ਗੱਡੀਆਂ ਰੋਕੀਆਂ ਗਈਆਂ। ਰੇਲਵੇ ਮੁਤਾਬਕ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ ਰਹੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਗੁਜਰਾਤ ਦੇ ਭਾਵਨਗਰ 'ਚ ਉੱਥੋਂ ਦੀ ਪੁਲਿਸ ਨੇ ਕਿਸਾਨ ਆਗੂ ਯੁੱਧਵੀਰ ਸਿੰਘ ਅਤੇ ਸਾਥੀਆਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫਤਾਰ ਕਰ ਲਿਆ। ਇਹ ਆਗੂ ਅਸਲ ਵਿੱਚ 4 ਅਤੇ 5 ਅਪ੍ਰੈਲ ਦੀ ਗੁਜਰਾਤ ਕਿਸਾਨ ਕਾਨਫਰੰਸ ਦੀ ਤਿਆਰੀ ਲਈ ਲੱਗੇ ਹੋਏ ਸਨ। ਉਹਨਾਂ ਦੱਸਿਆ ਕਿ ਬੰਗਲੁਰੂ ਤੋਂ ਕਵਤਾ ਕੁਰੰਗਟੀ, ਕੋਡੀ ਹਿਲੀ, ਚੰਦਰਸ਼ੇਖਰ, ਬਾਈਆਰ ਰੈਡੀ ਅਤੇ ਹੋਰ ਟ੍ਰੇਡ ਯੂਨੀਅਨ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸੇ ਤਰ੍ਹਾਂ ਕਰਨਾਟਕ ਦੇ ਗੁਲਬਰਗਾ ਤੋਂ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਨ ਦੀ ਮੋਰਚੇ ਨੇ ਸਖਤ ਨਿੰਦਿਆ ਕੀਤੀ ਹੈ। ਕਈ ਰਾਜਾਂ ਵਿੱਚ ਰੋਡਵੇਜ਼ ਆਵਾਜਾਈ ਬਿਲਕੁਲ ਠੱਪ ਰਹੀ। ਭਾਰਤ ਬੰਦ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਬਾਜ਼ਾਰ ਬੰਦ ਰੱਖੇ ਗਏ। ਪਟਨਾ ਦੇ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਕਰਕੇ ਰਸਤੇ ਰੋਕੇ ਗਏ। ਵਿਜੇਵਾੜਾ ਦੀ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦੇਖੋ ਬੱਸ ਅੱਡਾ ਕਿਵੇਂ ਬੱਸਾਂ ਦੇ ਨਾਲ ਭਰਿਆ ਪਿਆ, ਕਿਉਂਕਿ ਉਹ ਰੋਡ ਤੇ ਨਹੀਂ ਜਾ ਸਕੀਆਂ। ਸਮੁੱਚੇ ਭਾਰਤ ਦੇ ਵਿੱਚੋਂ ਵੀ ਲਗਭਗ ਹਰ ਸ਼ਹਿਰ, ਭਾਵੇਂ ਉਹ ਛੋਟਾ ਵੱਡਾ, ਹਰ ਇੱਕ ਥਾਂ ਤੋਂ ਬੰਦ ਪਏ ਬਾਜ਼ਾਰ, ਸੁੰਨਮਸਾਨ ਸੜਕਾਂ ਨਜ਼ਰ ਆਈਆਂ। ਇਹ ਆਖਿਆ ਜਾ ਸਕਦਾ ਕਿ ਸਮੁੱਚਾ ਭਾਰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਬੰਦ ਰਿਹਾ। ਇਹਦੇ ਵਿੱਚ ਵਪਾਰੀਆਂ ਨੇ, ਆੜ੍ਹਤੀਆਂ ਨੇ, ਛੋਟੇ ਵੱਡੇ ਦੁਕਾਨਦਾਰਾਂ ਨੇ ਵੱਧ ਚੜ ਕੇ ਹਿੱਸਾ ਪਾਇਆ, ਯੋਗਦਾਨ ਪਾਇਆ। ਤੇ ਫਿਰ ਜਦੋਂ ਲਗਭਗ ਹਰ ਵਰਗ ਯੋਗਦਾਨ ਪਾ ਰਿਹਾ ਤੇ ਭਾਰਤੀ ਮੀਡੀਆ ਦੀ ਗੱਲ ਕਰਨੀ ਬੜੀ ਲਾਜ਼ਮੀ ਹੈ। 26 ਮਾਰਚ ਦਾ ਦਿਨ ਸੀ। ਲੋਕ ਰਾਸ਼ਟਰੀ ਹਾਈਵੇ ਤੇ ਕਈ ਘੰਟਿਆਂ ਦੇ ਵਿੱਚ ਸਫ਼ਰ ਦੇ ਵਿੱਚ ਫਸੇ ਵੀ ਨਜ਼ਰ ਆਏ। ਜਦੋਂ ਉਹਨਾਂ ਦੇ ਨਾਲ ਸਾਡੇ ਪੱਤਰਕਾਰਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਸਾਨੂੰ ਜਾਣਕਾਰੀ ਕੋਈ ਨਹੀਂ ਸੀ। ਤੁਸੀਂ ਦੇਖੋ ਕਿ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ। ਵੈਸੇ ਜਦੋਂ ਵੀ ਕਿਸਾਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਬੰਦ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਮੀਡੀਆ ਅਕਸਰ ਚੁਕੰਨਾ ਰਹਿੰਦਾ। ਅਖਬਾਰਾਂ ਵਿੱਚ, TV ਚੈਨਲਾਂ ਤੇ ਪਹਿਲਾਂ ਤੋਂ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ। ਪਰ 26 ਮਾਰਚ ਦੇ ਭਾਰਤ ਬੰਦ ਦੇ ਬਾਰੇ ਬਹੁਤਾ ਮੀਡੀਆ ਲਗਭਗ ਚੁੱਪ ਰਿਹਾ, ਜਿਸ ਤੋਂ ਭਾਵ ਇਹ ਕਿ ਲੋਕ ਅਣਜਾਣ, ਜਿਨ੍ਹਾਂ ਤੱਕ ਸ਼ਾਇਦ ਇਹ ਖਬਰ ਪੁੱਜ ਨਾ ਸਕੀ। ਇਹ ਸਾਰੇ ਲੋਕ ਇਹ ਨਹੀਂ ਕਿ ਸੋਸ਼ਲ ਮੀਡੀਆ ਤੇ ਬੈਠੇ ਆ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਵਿਚਾਰੇ ਚਲਾਉਣਾ ਨਹੀਂ ਜਾਣਦੇ। ਉਹਨਾਂ ਨੂੰ ਉਹ ਘਰੇ ਲੱਗਿਆ TV ਵੇਖ ਲੈਂਦੇ ਆ, ਜਾਂ ਘਰ ਆਏ ਅਖਬਾਰ ਦੇ ਉੱਤੋਂ ਕੋਈ ਨਾ ਕੋਈ ਖਬਰ ਬੱਚਾ ਉਹਨਾਂ ਨੂੰ ਪੜ੍ਹ ਕੇ ਸੁਣਾ ਦਿੰਦਾ ਹੈ।
पर वो सोशल मीडिया ते एक्टिव नहीं ने। जदों वो लोग हाईवे ते निकले पर लोग अणजाण सन तां बेमिसाल बंद देख के वो हैरान जरूर होए कि अचानक सब कुछ किवें हो गया। उन्होंने समझ नहीं सी आ रहा, पर बाद दे विच उन्होंने पता लग्या कि भाई ये किसान संयुक्त मोर्चे दे वल्लों भारत बंद दा सद्दा दिता ते उन्होंने इसका समर्थन किया। हुण इत्थों आख्या जा सकता है कि पंजाब, हरियाणा, दिल्ली, राजस्थान, बंगाल, करनाटका भाव हर पास्यों रोज़ाना सोशल मीडिया राहीं तां खबरां मिलदियां ने। फिर उन्होंने खबरां कित्थों मिलदियां जिहड़े सोशल मीडिया वरतदे ही नहीं। हुण जेकर गल कीती जावे जां सोशल मीडिया ते विश्वास किया जावे तां इह मन्निया जा सकता है कि सोशल मीडिया के राहीं इस वक्त किसानां दी आवाज़ दुनिया भर में पुज रही है। इस बंद नूं सफल बनाउण लई भी ना सिर्फ किसान अगे आए बल्कि मजदूर, दुकानदार, आड़ती भी उन्होंने हक में खड़े नज़र आए। दुकानदारां ने किसानां नूं पूरा समर्थन दिता। उन्होंने अपने नुकसान की कोई परवाह नहीं की। तुसीं ये हिसाब लाओ कि छोटी गल नहीं कोई कि दुकानदारां ने, व्यापारियां ने अपनियां दुकानां जां व्यापार बंद करके किसानां दे नाल समर्थन दिता होवे। ये भी अंकड़े दसदे आ कि लगभग 30 लाख लोग मध्य वर्ग तो गरीब वर्ग में शामिल होए है। ये नवीं नीतियां दे कारण उपरों दी उन्हां कोल कोई नौकरी नहीं। उन्हां वल्लों किसानी संघर्ष लई अपने काम नूं एक दिन वास्ते बंद करना एक कोई छोटी गल नहीं। उन्हां दा दिली समर्थन दा ये सबूत है। ये संदेश सिर्फ सरकारां वास्ते ही नहीं बल्कि मैं कहना कि उस मीडिया के वास्ते भी है जिहड़े अपने पेशे दे नाल इस वक्त वफादारी नहीं निभा रहे, सच नूं दब्बण दा यतन करन विच लगे हुए ने। भारत बंद एक दिन की गल हो सकती है पर किसानी संघर्ष तो 4 महीनों तो रोज़ाना कुछ ना कुछ नवा दिखा रहा, नवा कर रहा है, नवें दिस हदे सिरज रहा है। पर उस कोल लोकां तक अपनी गल समुचे भारत विच समुची दुनिया तक पहुँचाउण दा जरिया की है? सिर्फ सोशल मीडिया। कई बारी लोग पुछदे है कि की किसानी संघर्ष कमज़ोर हो गया है, की किसानी संघर्ष खत्म हो गया? फिर उन्होंने दसना पैंदा है। मेरी रोज़ाना कोशिश होंदी है कि दसां कि किसानी संघर्ष पहलां नालों ताकतवर हो चुका है। हुण कल्ला पंजाब, हरियाणा, यूपी जां उत्तराखंड नहीं सगों समुचे भारत विच फैल चुका है। तो दुनिया भर के लोग इसकी चर्चा करते हैं। फिर वो लोग सुन के हैरान होंदे है ते सवाल करते हैं फिर वो खबरां कित्थे आउंदियां ने? आ वड्डे वड्डे टीवी चैनलों वाले तो सानूं आ कुछ दिखाउंदे नहीं। सानूं लगदा कि शायद मोर्चा कमज़ोर हो गया। पर फिर उन्होंने पूछा जाता को दिखाउंदे की ने? कहंदे दिखाउंदे है कि सुशांत ने 11 बजे संतरे का जूस पीता। अमिताभ बच्चन कदों पेशाब करने वास्ते बाथरूम गए। कपिल शर्मा नवा शो लैके आ रहा है। फिर 4 महीने दिल्ली दी सरहदां ते 300 तो वध मौतां हो गईयां। ये चैनलों को वो खबर नहीं दिखाउणी चाहुंदे। ये दिखाउंदे की है? ये कदे नहीं दिखाउणगे कि बारिश दे विच, ठंड दे विच, धुप दे विच बैठा किसान जां तां दिखाउणगे कि पीज़ा खा रहा, जां दिखाउणगे कि आ देखो जी ये तो मसाज चेहरा ते बैठे है, जां फिर की दिखाउणगे कि करीना कपूर दे बच्चे दे डाइपर। कमाल दी गल है। वैसे पत्रकारिता दी हद ही है। इसे करके लोग अजकल इन्हां नूं गोदी मीडिया कहिंदे आ। हो सकता है भाई उन्हां दी कोई मजबूरी होवे, पर आम इंसान की नज़र दे विच साडे मीडिया दे विच हुण जान नहीं रही। ये नीम मुर्दा हो चुके हैं। जद करोड़ों लोगों का संघर्ष इस मीडिया नूं अपनी जिम्मेवारी की याद ताज़ा ना करवा सकिया होवे तां समझ लो हालात वो नहीं जो विखाए जा रहे हैं। हालात इहदे तो कुछ होर ने। एक पासे साडा जिहड़ा समाज है, साडे लोग आम वर्ग है, वो सड़क ते बैठा है, ते दूसरे पासे खास वर्ग अपनी हिम्मत गवाउंदा जा रहा है। बजट सैशन चलिया, समय तो पहलां खत्म कर दिता। 13 दिन रहिंदे सी हले। फिक्र काहदा पिया कि असीं चोणां 'च प्रचार करना है। तुसीं देखो कि बजट का जां लोकां दा फिक्र नहीं कि उन्हां लई नीतियां बनाउणीਆਂ ने। फिक्र यह है कि 50 होर सूबिਆਂ ਦੇ ਵਿੱਚ ਅਸੀਂ ਸਰਕਾਰਾਂ ਬਣਾਉਣੀਆਂ ਨੇ। बजट सैशन समय तो पहलां खत्म करिया। ਜਿਹੜੇ बिल ਉਹਦੇ ਵਿੱਚ पास कर ਦਿੱਤੇ गए आने वाले समय में हो सकता कि लोगों में वो भी घबराहट पैदा कर देण। एक PM का ट्रस्ट है जिसकी कोई जवाबदेही होंदी सी, पर वो जवाबदेही तो मुक्त कर दिता गया। एक बैंक बना दिता गया। वो बैंक दे विच होना पता की है? जिस दे विच CBI, विजिलेंस ते कैग कोई जांच पड़ताल हुण कर नहीं सकणगे। इस बैंक का मकसद मुढ़ले ढांचे ते विकास वास्ते पैसा देना है, पर इस दे काम दे विच किन्नी भी धांधली हो जाए हुण पुछ पड़ताल नहीं हो सकनी। उधर दिल्ली की सरकार LG के अधीन कर दी गई है। मुल्क के पब्लिक सैक्टर के अदारे वेचण के ऐलान लगातार हो रहे हैं।
ਫਿਰ ਕੀ ਇਸ ਨੂੰ ਅਣਐਲਾਨੀ ਐਮਰਜੈਂਸੀ ਆਖਿਆ ਜਾ ਸਕਦਾ ਜਾਂ ਨਹੀਂ? ਤੁਸੀਂ ਲਿਖ ਕੇ ਦੱਸ ਦਿਓ ਕਿ ਕੀ ਹੈ। ਮੈਂ ਮੀਡੀਆ ਦੀ ਅਸਲ ਤਸਵੀਰ ਸਾਡੇ ਵਾਲਾ ਭਾਈਚਾਰਾ ਹੀ ਹੈ। ਆਪਣੀ ਵੀ ਪੀੜ੍ਹੀ ਹੇਠ ਸੋਟੇ ਫੇਰਨੇ ਚਾਹੀਦੇ ਨੇ। ਮੈਂ ਆਪਣੇ ਭਾਈਚਾਰੇ ਦੀ ਗੱਲ ਕਰ ਰਿਹਾ ਸਾਰੀ। ਇਸ ਨੂੰ ਇਸ ਖੂਬਸੂਰਤ ਰਣਨੀਤੀ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਨਾ ਕਿ ਰਣਨੀਤੀ ਬਣਾਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਚਾਣਕਿਆ ਤੇ ਬੀਰਬਲ ਵਰਗਿਆਂ ਦੀ ਸੂਚੀ ਵਿੱਚ ਸ਼ਾਮਲ ਹੋਣਗੇ। ਕਿ ਕਮਾਲ ਕਰ ਦਿੱਤੀ ਸੀ, ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਮੁਲਕ ਦੀ ਸੋਚ, ਮੁਲਕ ਦੀ ਬੁਨਿਆਦ, ਮੁਲਕ ਦੇ ਕਾਨੂੰਨ ਸਭ ਕੁਝ ਬਦਲੇ ਜਾ ਰਹੇ ਹੈ, ਪਰ ਲੋਕਾਂ ਨੂੰ, ਆਵਾਮ ਨੂੰ ਇਹਦੇ ਬਾਰੇ ਪਤਾ ਹੀ ਨਹੀਂ। ਕਿਉਂਕਿ ਸਹੀ ਜਾਣਕਾਰੀ ਦੇਣ ਵਾਲਾ ਮੀਡੀਆ, ਮੈਂ ਇੱਕ ਵਾਰੀ ਫੇਰ ਕਹਿਣਾ ਹੈ, ਇਸ ਵਕਤ ਨੀਮ ਬੇਹੋਸ਼ੀ ਦੇ ਵਿੱਚ ਹੈ। ਕਿਸਾਨ ਆਪਣੇ ਮੰਚਾਂ ਤੋਂ ਲਗਾਤਾਰ ਆਖ ਰਹੇ ਨੇ ਕਿ ਅਸੀਂ ਸਿਰਫ ਆਪਣੇ ਲਈ ਨਹੀਂ ਬਲਕਿ ਪੂਰੇ ਮੁਲਕ ਦੀ ਲੜਾਈ ਲੜ ਰਹੇ ਹਾਂ। ਸਿਰਫ ਤਿੰਨੇ ਖੇਤੀ ਕਾਨੂੰਨਾਂ ਲਈ ਨਹੀਂ ਬਲਕਿ ਅਸੀਂ ਇਸ ਕਰਕੇ ਲੜ ਰਹੇ ਹਾਂ ਕਿ ਇਹ ਅੱਜ ਜੇ ਅਸੀਂ ਹਾਰ ਵੀ ਗਏ ਤਾਂ ਅੱਗੇ ਵਾਸਤੇ ਕੇਂਦਰ ਸਰਕਾਰ ਹੋਰ ਕਾਨੂੰਨ ਇਸ ਤਰ੍ਹਾਂ ਦੇ ਬਣਾਵੇਗੀ ਜਿਨ੍ਹਾਂ ਨੂੰ ਬਣਾਉਣ ਦਾ ਉਹਨਾਂ ਦੀ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਤੇ ਫਿਰ ਉਹ ਦੌਰ ਸ਼ੁਰੂ ਹੋਵੇਗਾ ਜਿੱਥੇ ਆਮ ਇਨਸਾਨ ਆਪਣੇ ਹੱਕਾਂ ਲਈ ਆਵਾਜ਼ ਚੁੱਕ ਨਹੀਂ ਸਕੇਗਾ। ਪਰ ਮੈਂ ਆਖਾਂਗਾ ਕਿ ਉਹ ਦੌਰ ਆਉਣ ਵਾਲਾ ਨਹੀਂ, ਉਹ ਦੌਰ ਆ ਚੁੱਕਿਆ ਹੈ ਜਿੱਥੇ ਆਮ ਨਾਗਰਿਕ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਗੂੰਗਾ ਵੀ ਹੋ ਗਿਆ, ਉਹ ਬਹਿਰਾ ਵੀ ਹੋ ਗਿਆ। ਕਿਉਂਕਿ ਜਿਹੜੀ ਆਵਾਜ਼ ਤੁਸੀਂ ਚੁਣ ਕੇ ਭੇਜੀ ਸੀ ਉਹਨਾਂ ਨੂੰ ਤੁਹਾਡਾ ਫਿਕਰ ਨਹੀਂ, ਉਹਨਾਂ ਨੂੰ ਚੋਣਾਂ ਜਿੱਤਣ ਦਾ ਫਿਕਰ ਹੈ। ਜਿਹੜੇ ਮੀਡੀਆ ਤੇ ਤੁਸੀਂ ਭਰੋਸਾ ਕਰਦੇ ਸੀ ਉਹਨਾਂ ਨੂੰ ਇਹ ਫਿਕਰ ਨਹੀਂ ਕਿ 350 ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹੈ। ਉਹਨਾਂ ਨੂੰ ਫਿਕਰ ਹੈ ਕਿ ਭਾਈ ਫਲਾਣੇ ਐਕਟਰ ਨੂੰ ਕਰੋਨਾ ਹੋ ਗਿਆ, ਫਲਾਣੇ ਐਕਟਰ ਦੇ ਘਰ ਪੋਤਾ ਜਾਂ ਪੋਤੀ ਜੰਮ ਪਈ ਹੈ, ਫਲਾਣਾ ਐਕਟਰ ਨਵਾਂ ਸ਼ੋਅ ਸ਼ੁਰੂ ਕਰਨ ਚੱਲਿਆ, ਫਲਾਣਾ ਐਕਟਰ ਭਾਈ ਹੁਣ ਆਪਣੀ ਪਹਿਲੀ ਫਿਲਮ ਦੀ ਰਿਲੀਜ਼ਿੰਗ ਦੀ ਡੇਟ ਲੱਭਦਾ ਫਿਰ ਰਿਹਾ ਪਰ ਕਰੋਨਾ ਦੇ ਕਾਰਨ ਉਹਨੂੰ ਡੇਟ ਲੱਭਣੀ ਔਖੀ ਹੋ ਗਈ ਹੈ। ਉਸ ਮੀਡੀਆ ਨੂੰ ਫਿਕਰ ਸਿਰਫ ਇਹਨਾਂ ਗੱਲਾਂ ਦਾ। ਅਗਲੀ ਜਿਹੜੀ ਖਬਰ ਹੈ ਇਹ ਵੀ ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ ਖਬਰ ਹੈ। ਦੋ ਹੋਰ ਜਾਨਾਂ ਨੇ ਜਿਹੜੀਆਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ ਨੇ। ਦਿੱਲੀ ਮੋਰਚੇ ਤੋਂ ਪਰਤੇ ਸਨ ਪਿੰਡ ਆਨੰਦਪੁਰ ਕੇਸ਼ੋਂ ਦੇ 66 ਕੁ ਵਰ੍ਹਿਆਂ ਦੇ ਰਫੀਕ ਮੁਹੰਮਦ। ਅੱਜ ਉਹਨਾਂ ਦੀ ਮੌਤ ਹੋ ਗਈ ਹੈ। ਅਗਲੀ ਜਿਹੜੀ ਖਬਰ ਇਹਦੇ 'ਚ ਵੱਡੀ ਗੱਲ ਉਹ ਇਹ ਹੈ ਕਿ ਰਫੀਕ ਕੋਈ ਕਿਸਾਨ ਨਹੀਂ ਸੀ, ਪਰ ਕਿਸਾਨਾਂ ਦਾ ਦਰਦ ਰਫੀਕ ਸਮਝਦਾ ਸੀ। ਪਿੰਡ ਦੇ ਲੋਕਾਂ ਨਾਲ ਦਿੱਲੀ ਮੋਰਚੇ ਤੇ ਗਿਆ ਸੀ ਰਫੀਕ। ਮੋਰਚੇ ਤੋਂ ਵਾਪਸ ਪਰਤਿਆ ਕਿਉਂਕਿ ਸਿਹਤ ਠੀਕ ਨਹੀਂ ਸੀ। ਉਹਨਾਂ ਨੂੰ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੋਇਆ ਸੀ। ਲੱਗਦਾ ਸੀ ਕਿ ਸਿਹਤਮੰਦ ਹੋ ਜਾਣਗੇ, ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪ੍ਰਧਾਨ ਸੁਖਵਿੰਦਰ ਬਾਰਨ ਅਤੇ ਹੋਰਨਾਂ ਆਗੂਆਂ ਨੇ ਰਫੀਕ ਦੇ ਦਫਨ ਤੋਂ ਪਹਿਲਾਂ ਸਤਿਕਾਰ ਵਜੋਂ ਉਹਨਾਂ ਦੇ ਉੱਤੇ ਕਿਸਾਨੀ ਝੰਡਾ ਪਾਇਆ। ਕਿਸਾਨੀ ਝੰਡੇ ਦੇ ਵਿੱਚ ਉਹਨਾਂ ਦੀ ਦੇਹ ਲਪੇਟੀ। ਕਿਸਾਨ ਆਗੂ ਨੇ ਰਫੀਕ ਮੁਹੰਮਦ ਨੂੰ ਕਿਸਾਨੀ ਮੋਰਚੇ ਦਾ ਸ਼ਹੀਦ ਵੀ ਐਲਾਨ ਦਿੱਤਾ। ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਅਤੇ ਪਰਿਵਾਰ ਤੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਹੈ। ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਹੈ ਕਿਉਂਕਿ ਮੈਂ ਤਾਂ ਆਪਣਾ ਫਰਜ਼ ਸਮਝ ਕੇ ਹੋਰ ਭਾਵੇਂ ਕੋਈ ਖਬਰ ਨੂੰ ਸਥਾਨ ਦਿੱਤਾ ਜਾਵੇ ਜਾਂ ਨਾ, ਕਈ ਖਬਰਾਂ ਹੋਰ ਵੀ ਵੱਡੀਆਂ ਹੁੰਦੀਆਂ ਨੇ, ਪਰ ਜਿਹੜਾ ਵਿਅਕਤੀ ਆਪਣੀ ਜਾਨ ਹੀ ਮੋਰਚੇ ਦੇ ਨਾਮ ਕਰ ਗਿਆ, ਸੰਘਰਸ਼ ਦੇ ਨਾਮ ਕਰ ਗਿਆ, ਉਹਦੇ ਤੋਂ ਖਬਰ ਮੇਰੀ ਨਜ਼ਰ 'ਚ ਕੋਈ ਵੱਡੀ ਨਹੀਂ ਹੁੰਦੀ। ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਖਬਰ ਹੈ। ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਚੱਲ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਚੱਲ ਰਿਹਾ ਹੈ। ਸੰਘਰਸ਼ ਦੇ ਵਿੱਚ 4 ਮਹੀਨਿਆਂ ਤੋਂ ਉੱਥੇ ਲੋਕ ਡਟੇ ਵੀ ਹੋਏ ਨੇ। ਖਬਰ ਮਿਲ ਰਹੀ ਹੈ ਕਿ ਜਰਨੈਲ ਸਿੰਘ ਬੀਤੇ ਦਿਨੀ ਸੰਘਰਸ਼, ਜਿਨ੍ਹਾਂ ਦਾ ਪਿੰਡ ਖਿਆਲਾ ਕਲਾਂ ਸੀ, ਸੰਘਰਸ਼ ਤੋਂ ਵਾਪਸ ਪਰਤਦੇ ਹੈ। ਜਰਨੈਲ ਸਿੰਘ ਨੂੰ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦੀ ਮੌਤ ਹੋ ਗਈ ਹੈ। ਖਿਆਲਾ ਕਲਾਂ ਦੇ ਡਾਕਟਰ ਬਿਕਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਸੀ ਅਤੇ ਉਹ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 58 ਦਿਨਾਂ ਤੋਂ ਡਟੇ ਹੋਏ ਸੀ। ਉੱਥੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੀ ਸਿਹਤ ਖਰਾਬ ਹੋਈ, ਜਿਸ ਦੇ ਕਾਰਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਿੰਡ ਲਿਆਂਦਾ ਗਿਆ ਅਤੇ ਬੀਤੇ ਦਿਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਹੜਾ ਉਹਨਾਂ ਨੂੰ ਜਾਨਲੇਵਾ ਸਾਬਤ ਹੋਇਆ। ਸੋ ਅਸੀਂ ਆਪਣੇ ਅਦਾਰਾ TVN ਦੇ ਵੱਲੋਂ ਹੁਣ ਤੱਕ ਜਿੰਨੀਆਂ ਵੀ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ ਨੇ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਤੇ ਸਤਿਕਾਰ ਭੇਂਟ ਕਰਦੇ ਹਾਂ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੋ ਇਹਦੇ ਨਾਲ ਹੀ ਇੱਕ ਹੋਰ ਅਹਿਮ ਖਬਰ ਹੈ। ਲੋਅਰ ਮੇਨਲੈਂਡ ਜਾਂ ਮੈਂ ਫਰੇਜ਼ਰ ਵੈਲੀ ਕਹਾਂ, ਇਸ ਇਲਾਕੇ ਵਿੱਚ ਰਹਿਣ ਵਾਲੇ ਸਨ ਪ੍ਰਮੋਟਰ ਅਵਤਾਰ ਗਿੱਲ ਆਲਮਗੀਰ ਵਾਲੇ। ਗੀਤਕਾਰ ਵੀ ਸੀ। ਕਈ ਫਿਲਮਾਂ ਵੀ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਤੇ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ।
ਉਹਨਾਂ ਨੂੰ ਲੋਕ ਗਿੱਲ ਬਾਈ ਵੀ ਕਹਿੰਦੇ ਸਨ। ਗਿੱਲ ਹਰਦੀਪ ਦਾ ਸਭ ਤੋਂ ਪਹਿਲਾ ਹਿੱਟ ਹੋਣ ਵਾਲਾ ਗੀਤ ਜਾਂ ਮੁੜ ਜਾ ਹਾਲੇ ਵੀ ਪਿੱਛੇ ਮੁੜ ਜਾ ਕੈਨੇਡਾ ਵਿੱਚ ਕੀ ਰੱਖਿਆ, ਇਹ ਗੀਤ, ਇਹ ਕਵਾਲੀ ਵੀ ਉਹਨਾਂ ਦੀ ਲਿਖੀ ਹੋਈ ਸੀ। ਉਹਨਾਂ ਨੂੰ ਵੀ ਬੀਤੀ ਰਾਤ ਦਿਲ ਦਾ ਦੌਰਾ ਪਿਆ ਅਤੇ ਉਹ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਨੇ। ਅਸੀਂ ਗਿੱਲ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਪਰਮਾਤਮਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਪਰਮਾਤਮਾ ਨਿਵਾਸ ਦੇਵੇ। ਸੋ ਦੋਸਤੋ, ਇਹ ਸਨ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦੀਆਂ ਇਹ ਜਾਣਕਾਰੀਆਂ ਪੁਖਤਾ ਲੱਗੀਆਂ ਹੋਣਗੀਆਂ। ਸੋ ਜੇਕਰ ਜਾਣਕਾਰੀ ਪੁਖਤਾ ਲੱਗੀ ਹੈ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਿਓ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।